ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਇੱਕ ਨਵਾਂ ਚੈਪਟਰ ਸ਼ੁਰੂ ਕਰਾਂਗੇ, ਵੈਦਿਕ ਸਭਿਅਤਾ। ਵੈਦਿਕ ਸਭਿਅਤਾ 1500 ਈਸਾ ਪੂਰਵ ਤੱਕ ਹੜੱਪਾ ਸਭਿਅਤਾ ਦਾ ਪਤਨ ਹੋ ਚੁੱਕਾ ਸੀ। ਕਾਫੀ ਡਿਕਲਾਈਨ ਹੋ ਗਈ ਸੀ ਜੀ। ਈਸਾ ਤੋਂ 1500 ਈਸਾ ਪੂਰਵ, 1500 ਈਸਵੀ ਪੂਰਵ, 1500 ਸਾਲ ਪਹਿਲੇ ਇਹ ਸਭਿਅਤਾ ਕਾਫੀ ਡਿਕਲਾਈਨ ਹੋ ਚੁੱਕੀ ਸੀ, ਪਤਨ ਹੋ ਚੁੱਕਾ ਸੀ। ਉਹਨਾਂ ਦਾ ਆਰਥਿਕ ਅਤੇ ਪ੍ਰਸ਼ਾਸਨਿਕ ਸਿਸਟਮ ਵੀ ਖਤਮ ਹੋ ਚੁੱਕਾ ਸੀ। ਜੋ ਉਹਨਾਂ ਦਾ ਤਾਣਾ ਬਾਣਾ ਸੀ, ਕਿਸ ਤਰ੍ਹਾਂ ਉਹ ਵਪਾਰ ਕਰਦੇ ਸੀ, ਉਹਨਾਂ ਦਾ ਐਡਮਿਨਿਸਟ੍ਰੇਟਿਵ ਸਟਰਕਚਰ ਵਗੈਰਾ ਉਹ ਵੀ ਖਤਮ ਹੋ ਗਿਆ। ਇਸੇ ਸਮੇਂ ਦੌਰਾਨ ਸੰਸਕ੍ਰਿਤ ਬੋਲਦੇ ਆਰੀਆ ਲੋਕ ਉੱਤਰ ਪੱਛਮ ਤੋਂ ਭਾਰਤ ਵਿੱਚ ਦਾਖਲ ਹੋਏ। ਨਾਰਥ ਵੈਸਟ ਇੰਡੀਆ ਤੋਂ ਹੌਲੀ ਹੌਲੀ ਆਰੀਆ ਲੋਕਾਂ ਦੀਆਂ ਟੋਲੀਆਂ ਭਾਰਤ ਵਿੱਚ ਦਾਖਲ ਹੁੰਦੀਆਂ ਗਈਆਂ। ਵੈਦਿਕ ਸਭਿਅਤਾ ਦਾ ਰਾਈਜ਼ ਤੇ ਇੰਡਸ ਵੈਲੀ ਸਭਿਅਤਾ ਦਾ ਡਿਕਲਾਈਨ ਇਹ ਕਾਫੀ ਕੋਇਨਸੀਡੈਂਟ ਆ। ਮੈਨੂੰ ਇਹਨਾਂ ਦਾ ਕਾਫੀ ਸਮਾਂ ਮਿਲਦਾ ਆ। ਤਾਂ ਇਹ ਵੀ ਅਸੀਂ ਪੜ੍ਹਿਆ ਪਿਛਲੇ ਚੈਪਟਰ ਵਿੱਚ ਕਿ ਸਿੰਧੂ ਘਾਟੀ ਦੀ ਸਭਿਅਤਾ ਦੇ ਪਤਨ ਦਾ ਇੱਕ ਮੇਨ ਕਾਰਨ ਕੀ ਸੀ? ਆਰੀਆ ਲੋਕਾਂ ਦਾ ਇਸ ਧਰਤੀ ਤੇ ਦਾਖਲ ਹੋਣਾ। ਤੁਸੀਂ ਨਾ ਜ਼ਰੂਰ ਪੜ੍ਹਿਓ, ਦੇਖਿਓ ਡਿਸਕਵਰੀ ਆਫ ਇੰਡੀਆ, ਭਾਰਤ ਦੀ ਖੋਜ ਵਿੱਚ ਇਹ ਸਾਰੇ ਚੈਪਟਰ। ਵੈਦਿਕ ਕਾਲ, ਇੰਡਸ ਵੈਲੀ, ਸਿੰਧੂ ਘਾਟੀ ਦੀ ਸਭਿਅਤਾ ਵਾਲਾ ਕਾਲ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਦੱਸਿਆ ਆ। ਪਹਿਲ ਇਹ ਲੋਕ ਉੱਤਰ ਪੱਛਮ ਤੇ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਵਸੇ ਸਨ। ਸ਼ੁਰੂਆਤ ਵਿੱਚ ਕਿੱਥੇ ਆਏ? ਨਾਰਥ ਵੈਸਟ ਇੰਡੀਆ ਵਿੱਚ, ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ। ਤੇ ਇੱਥੇ ਹੀ ਇਹਨਾਂ ਨੇ ਫਿਰ ਰਿਗਵੇਦ ਦੀ ਰਚਨਾ ਕੀਤੀ। ਕਹਿੰਦੇ ਜੀ ਇਹਨਾਂ ਦੇ 4 ਵੇਦ ਸੀ, ਇਸ ਲਈ ਇਹਨਾਂ ਨੂੰ ਵੈਦਿਕ ਪੀਪਲ ਵੀ ਕਹਿੰਦੇ ਸੀ। ਇਹ 4 ਵੇਦ ਇਹਨਾਂ ਨੇ ਰਚੇ। ਪਹਿਲਾਂ ਇਹ ਸੀਗੇ ਪੰਜਾਬ ਏਰੀਏ ਦੇ ਲਾਗੇ, ਫਿਰ ਹੌਲੀ ਹੌਲੀ ਫੈਲਦੇ ਗਏ ਤੇ ਆਪਣਾ ਸਿੰਧੂ ਗੰਗਾ ਇਹ ਜਿਹੜਾ ਹੈ ਮੈਦਾਨ ਨਦੀਆਂ ਦੁਆਰਾ ਬਣਾਇਆ ਮੈਦਾਨ, ਇੱਥੇ ਸਾਰੇ ਫੈਲ ਗਏ, ਗੰਗਾ ਦੇ ਨੇੜੇ ਨੇੜੇ ਫੈਲ ਗਏ। ਤਾਂ ਜਿਹੜਾ ਰਿਗਵੇਦ ਸੀ ਉਹ ਪਹਿਲਾਂ ਲਿਖਿਆ ਗਿਆ ਸੀ। ਰਿਗਵੇਦ ਉਹ ਪੰਜਾਬ ਦੀ ਧਰਤੀ ਤੇ ਲਿਖਿਆ ਗਿਆ, ਤਾਂ ਬਾਕੀ ਦੇ ਵੇਦ ਲੇਟਰ ਵੈਦਿਕ ਪੀਰੀਅਡ ਬਾਅਦ ਵਿੱਚ ਲਿਖੇ ਗਏ। ਬਾਅਦ ਵਿੱਚ ਇਹ ਸਿੰਧੂ ਗੰਗਾ ਦੇ ਮੈਦਾਨ ਵਿੱਚ ਫੈਲ ਗਏ ਤੇ ਹੌਲੀ ਹੌਲੀ ਸਿੰਧੂ ਗੰਗਾ ਦੇ ਮੈਦਾਨ ਵਿੱਚ ਫੈਲ ਗਏ। ਇਹਨਾਂ ਯਾਦ ਰੱਖ ਲਓ ਕਿ ਰਿਗਵੇਦ ਪਹਿਲਾਂ ਲਿਖਿਆ, ਬਾਕੀ 3 ਵੇਦ ਬਾਅਦ ਵਿੱਚ ਲਿਖੇ ਗਏ। ਇਹ ਲੋਕ ਮੁੱਖ ਰੂਪ ਵਿੱਚ ਚਰਵਾਹੇ ਸਨ। ਆਹ ਇੰਪੋਰਟੈਂਟ ਪੁਆਇੰਟ ਆ। ਦੇਖੋ, ਸਿੰਧੂ ਘਾਟੀ ਦੇ ਲੋਕ ਪਸ਼ੂ ਪਾਲਦੇ ਸੀ, ਪਰ ਉਹ ਚਰਵਾਹੇ ਨਹੀਂ ਸੀ, ਪੈਸਟਰੋਲਿਸਟ ਨਹੀਂ ਸੀ। ਜਿਹੜੇ ਆਰੀਅਨ ਲੋਕ ਸੀ ਇਹ ਮੁੱਖ ਰੂਪ ਵਿੱਚ ਚਰਵਾਹੇ ਸੀ। ਇਹ ਚਰਵਾਹੇ ਸੀ ਤਾਂ ਇਹਨਾਂ ਨੂੰ ਇਸ ਤਰ੍ਹਾਂ ਦੀ ਧਰਤੀ ਜਿੱਥੇ ਚਾਰਾ ਹੋਵੇ ਉਹਦੀ ਤਲਾਸ਼ ਰਹਿੰਦੀ ਸੀ, ਇਸ ਲਈ ਇਹ ਦੂਰ ਦੂਰ ਤੱਕ ਫੈਲ ਗਏ। ਇਹਨਾਂ ਦਾ ਓਰੀਜਨ ਕਿੱਥੋਂ ਹੋਇਆ? ਇਹ ਇੱਕ ਆਪਣੇ ਆਪ 'ਚ ਡਿਬੇਟੇਬਲ ਪ੍ਰਸ਼ਨ ਆ ਕਿ ਇਹ ਮੂਲ ਰੂਪ ਵਿੱਚ ਕਿੱਥੋਂ ਦੇ ਵਸਨੀਕ ਸਨ। ਤੇ ਪਰ ਲੇਟੈਸਟ ਰਿਸਰਚ ਇਹ ਸਾਬਿਤ ਕਰਦੀ ਆ ਕਿ ਇਹ ਦੱਖਣੀ ਰੂਸ, ਅੱਜ ਦੇ ਟਾਈਮ ਵਿੱਚ ਸਾਊਦਰਨ ਰਸ਼ੀਆ, ਉੱਥੋਂ ਦੇ ਮੂਲ ਨਿਵਾਸੀ, ਉੱਥੋਂ ਦੇ ਏਰੀਏ ਤੋਂ ਚੱਲੇ ਤਾਂ ਫਿਰ ਆਪਣੇ ਏਸ਼ੀਆ ਤੇ ਯੂਰਪ ਵਿੱਚ ਫੈਲ ਗਏ। ਤਕੜੇ ਸੀ, ਹਥਿਆਰ ਵਧੀਆ ਸੀ, ਤਾਂ ਇਹ ਡੋਮੀਨੇਟ ਗਰੁੱਪ ਵਜੋਂ ਇਹ ਕਾਬਿਜ਼ ਹੋ ਗਏ ਦੂਸਰੇ ਏਰੀਏ ਵਿੱਚ ਵੀ। ਇਹਨਾਂ ਦੀ ਇੱਕ ਬ੍ਰਾਂਚ ਫਿਰ ਚੱਲਦੇ ਚੱਲਦੇ ਇੰਡੋ ਇਰਾਨੀਅਨ, ਫਿਰ ਇੰਡੋ ਇਰਾਨੀਅਨ ਤੋਂ ਇੱਕ ਬ੍ਰਾਂਚ ਭਾਰਤ ਤੱਕ ਪਹੁੰਚ ਗਈ। ਚਰਵਾਹੇ ਸਨ ਮੁੱਖ ਰੂਪ ਵਿੱਚ, ਚਾਰੇ ਦੀ ਭਾਲ ਵਿੱਚ ਭਾਰਤ ਵਿੱਚ ਆਏ ਸਨ। 6ਵੀਂ ਸ਼ਤਾਬਦੀ ਈਸਾ ਪੂਰਵ ਤੱਕ ਇਹ ਲੋਕ ਲਗਭਗ ਸਾਰੇ ਉੱਤਰ ਭਾਰਤ ਤੇ ਕਾਬਿਜ਼ ਹੋ ਗਏ ਸਨ। 600 ਸਾਲ ਪਹਿਲਾਂ ਈਸਾ ਤੋਂ, ਸ਼ਤਾਬਦੀ ਮਤਲਬ 100, 6ਵੀਂ ਸ਼ਤਾਬਦੀ ਈਸਾ ਤੋਂ 600 ਸਾਲ ਪਹਿਲਾਂ ਇਹ ਉੱਤਰ ਭਾਰਤ ਵਿੱਚ ਲਗਭਗ ਸਾਰੇ ਪਾਸੇ ਫੈਲ ਗਏ ਸਨ। ਅਤੇ ਇਸ ਖੇਤਰ ਨੂੰ ਆਰਿਆਵਰਤ ਕਿਹਾ ਜਾਣ ਲੱਗਾ। ਕੀ ਕਿਹਾ ਜਾਣ ਲੱਗਾ? ਆਰਿਆਵਰਤ, ਵੀ ਆਰਿਆ ਲੋਕ ਇੱਥੇ ਰਹਿੰਦੇ ਆ। ਆਰਿਆਵਰਤ ਤੁਸੀਂ ਇਹ ਯਾਦ ਰੱਖਣਾ ਕਿ ਆਰਿਆਵਰਤ ਜਾਂ ਇਹ ਸਾਰੇ ਏਰੀਏ ਨਾਰਦਰਨ ਇੰਡੀਆ ਦੀ ਗੱਲ ਹੋ ਰਹੀ ਆ, ਨਾਰਦਰਨ ਉੱਤਰ ਭਾਰਤ ਦੀ, ਤੇ ਸਾਊਦਰਨ ਭਾਰਤ ਇਹਨਾਂ ਵਿੱਚ ਸ਼ਾਮਿਲ ਨਹੀਂ ਸੀ। 1500 ਈਸਾ ਪੂਰਵ ਤੋਂ 600 ਈਸਾ ਪੂਰਵ ਤੱਕ ਦਾ ਇਹ ਲੰਬਾ ਸਮਾਂ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਠੀਕ ਹੈ ਨਾ। ਪਹਿਲਾ ਹੈ ਮੁੱਢਲਾ ਵੈਦਿਕ ਕਾਲ,
1500 ਤੋਂ 1000 ਈਸਾ ਪੂਰਵ ਤੱਕ ਦਾ। ਫਿਰ ਹੈ ਜੀ ਲੇਟਰ ਵੈਦਿਕ ਕਾਲ, ਲੈਟਰ ਵੈਦਿਕ ਪੀਰੀਅਡ, ਬਾਅਦ ਵਾਲਾ ਵੈਦਿਕ ਕਾਲ 1000 ਈਸਾ ਪੂਰਵ ਤੋਂ 600 ਈਸਾ ਪੂਰਵ ਤੱਕ। 1500 ਤੋਂ 1000, 1000 ਤੋਂ 600। पहला है मुढ़ला वैदिक काल, दूसरा है बाद वाला वैदिक काल, लेटर वैदिक पीरियड। ਹੁਣ ਕੋਈ ਪ੍ਰਸ਼ਨ ਆਂਦਾ ਜੀ, ਆਰੀਅਨ ਲੋਕਾਂ ਦਾ ਮੁੱਢਲਾ ਖੇਤਰ ਕਿਹੜਾ ਸੀ, ਕਿੱਥੋਂ ਇਹ ਚੱਲੇ ਸੀ? ਵਿਦਵਾਨਾਂ ਦਾ ਆਪਣਾ ਆਪਣਾ ਮਤ ਆ, ਵਿਚਾਰ ਚਰਚਾ ਦਾ ਵਿਸ਼ਾ ਹੈ ਜੀ ਇਹ। ਪਰ ਮੈਂ ਦੱਸਿਆ ਕਿ ਲੇਟੈਸਟ ਰਿਸਰਚ ਇਹ ਸਾਬਿਤ ਕਰਦੀ ਆ ਕਿ ਇਹ ਸਾਊਦਰਨ ਰਸ਼ੀਆ ਤੋਂ ਚੱਲੇ ਸੀ। ਸਾਊਦਰਨ ਰਸ਼ੀਆ ਇਹਨਾਂ ਦਾ ਮੂਲ ਖੇਤਰ ਸੀ, ਮੁੱਢਲਾ ਖੇਤਰ ਸੀ। ਉਪਰੋਕਤ ਪ੍ਰਸ਼ਨ ਵਿਚਾਰ ਚਰਚਾ ਮੰਗਦਾ ਹੈ। ਇਸ ਬਾਰੇ ਵਿਦਵਾਨਾਂ ਦੇ ਕਈ ਮਤ ਹਨ। ਵਿਦਵਾਨਾਂ ਨੇ ਕਈ ਖੇਤਰਾਂ ਨੂੰ ਆਰੀਆ ਲੋਕ ਦੀ ਜਨਮ ਭੂਮੀ ਕਿਹਾ ਹੈ। ਇਹਨਾਂ ਵਿੱਚ ਸ਼ਾਮਿਲ ਹਨ ਕਈ ਖੇਤਰ, ਕਈ ਏਰੀਏ। ਇਹਨਾਂ ਨੂੰ ਕਿਹਾ ਕਿ ਹਾਂ ਵੀ ਇਹ ਆਰੀਆ ਲੋਕਾਂ ਦੀ ਜਨਮ ਭੂਮੀ ਆ। ਉਹਨਾਂ ਵਿੱਚ ਕਿਹੜੇ ਕਿਹੜੇ ਏਰੀਏ ਆ ਜੀ? ਕੁਛ ਕਹਿੰਦੇ ਜੀ ਇਹ ਆਰਕਟਿਕ ਖੇਤਰ ਤੋਂ ਆਏ ਆ, ਉੱਤਰੀ ਧਰੁਵ ਦੇ ਵਿੱਚ ਜਿੱਥੇ ਬਰਫ਼ ਜੰਮੀ ਰਹਿੰਦੀ ਆ ਉਸ ਖਿੱਤੇ ਤੋਂ ਆਏ ਆ। ਕੁਝ ਕਹਿੰਦੇ ਜੀ ਇਹ ਜਰਮਨ ਤੋਂ ਆਏ ਆ, ਇਹ ਜਰਮਨੀ ਰਹਿੰਦੇ ਸੀ। ਕਿਉਂਕਿ ਤੁਸੀਂ ਦੇਖੋ ਨਾ, ਜਿਹੜਾ ਜਰਮਨ ਦਾ ਹਿਟਲਰ ਸੀ ਉਹਨੂੰ ਵੀ ਤਾਂ ਇਹੀ ਨਸਲ ਦੀ ਥਿਊਰੀ ਦਿੱਤੀ ਸੀ ਨਾ, ਰੇਸ ਥਿਊਰੀ ਦਿੱਤੀ ਸੀ ਕਿ ਅਸੀਂ ਆਰੀਅਨ ਆ, ਸਾਡੀਆਂ ਅੱਖਾਂ ਨੀਲੀਆਂ, ਬਾਲ ਥੋੜ੍ਹੇ ਭੂਰੇ ਭੂਰੇ ਜਿਹੇ ਬਲੌਂਡ ਕਰਨ ਦੇ, ਅਸੀਂ ਬੋਡੀ ਲਈ ਕਾਫੀ ਸਟਰੋਂਗ ਹੁੰਦੇ ਆ ਅਤੇ ਅਸੀਂ ਆਰੀਅਨ ਆ। ਠੀਕ, ਅਤੇ ਉਹਨਾਂ ਦਾ ਜਿਹੜਾ ਨਿਸ਼ਾਨ ਸੀਗਾ ਜਰਮਨ ਫੌਜਾਂ ਦਾ, ਉਹ ਵੀ ਜਿਹੜਾ ਸਾਡਾ ਸਵਾਸਤਿਕ ਨਿਸ਼ਾਨ ਆ ਉਹਦੇ ਨਾਲ ਮਿਲਦਾ ਜੁਲਦਾ ਆ। ਅਤੇ ਇਸ ਕਰਕੇ ਕਈ ਕਹਿ ਦਿੰਦੇ ਕਿ ਕਈ ਲੋਕ ਕਹਿ ਦਿੰਦੇ ਆ ਕਿ ਜਰਮਨ ਤੋਂ ਇਹਨਾਂ ਦਾ ਉਦੈ ਹੋਇਆ। ਕਈ ਕਹਿ ਦਿੰਦੇ ਆ ਜੀ ਮੱਧ ਏਸ਼ੀਆ, ਸੈਂਟਰਲ ਏਸ਼ੀਆ ਤੋਂ ਆਏ ਆ। ਕਈ ਕਹਿੰਦੇ ਜੀ ਦੱਖਣੀ ਰੂਸ, ਸਾਊਦਰਨ ਰੂਸ। ਅੱਛਾ ਜੀ, ਬਾਲ ਗੰਗਾਧਰ ਤਿਲਕ ਅਨੁਸਾਰ ਆਰੀਅਨ ਲੋਕ ਆਰਕਟਿਕ ਖੇਤਰ ਤੋਂ ਆਏ ਸਨ, ਉੱਤਰੀ ਧਰੁਵ ਬਰਫੀਲੇ ਏਰੀਏ ਤੋਂ। ਪਰ ਉੱਤਰੀ ਰੂਸ ਵਾਲੀ ਥਿਊਰੀ ਜ਼ਿਆਦਾ ਸੰਭਾਵਿਤ ਹੈ। ਜ਼ਿਆਦਾ ਪ੍ਰੋਬੇਬਲ ਕਿਹੜੀ ਥਿਊਰੀ ਆ ਕਿ ਸਾਊਦਰਨ ਰਸ਼ੀਆ ਤੋਂ ਆਏ ਆ, ਸਾਊਦਰਨ ਰਸ਼ੀਆ। ਵਿਦਵਾਨਾਂ ਦੁਆਰਾ ਵੀ ਇਸ ਹੀ ਥਿਊਰੀ ਨੂੰ ਜ਼ਿਆਦਾ ਪ੍ਰਵਾਨਗੀ ਹੈ। ਠੀਕ ਹੈ ਜੀ, ਵਿਦਵਾਨ ਵੀ ਇਹੀ ਗੱਲ ਮੰਨਦੇ ਆ। ਇਸ ਖਿੱਤੇ ਤੋਂ ਹੀ ਆਰੀਅਨ ਲੋਕ ਏਸ਼ੀਆ ਅਤੇ ਯੂਰਪ ਦੇ ਵੱਖ-ਵੱਖ ਖਿੱਤਿਆਂ ਤੇ ਪਹੁੰਚੇ ਸਨ। ਇੱਥੋਂ ਸਾਰੇ ਪਾਸੇ ਫੈਲ ਗਏ, ਅਲੱਗ-ਅਲੱਗ ਏਰੀਏ ਵਿੱਚ ਫੈਲ ਗਏ। 1500 ਈਸਾ ਪੂਰਵ ਦੇ ਕਰੀਬ ਉਹ ਭਾਰਤ ਪਹੁੰਚੇ। ਇਹਨਾਂ ਨੂੰ ਭਾਰਤੀ ਆਰੀਅਨ ਕਿਹਾ ਜਾਣ ਲੱਗਾ, ਇੰਡੋ ਆਰੀਅਨਸ। ਜਿਹੜੇ ਭਾਰਤ ਆਏ ਉਹਨਾਂ ਨੂੰ ਕਹਿੰਦੇ ਆ ਜੀ ਇੰਡੋ ਆਰੀਅਨਸ। ਠੀਕ ਹੈ ਜੀ, ਅੱਗੇ ਪੜ੍ਹਦੇ ਹਾਂ ਜੀ ਵੈਦਿਕ ਸਾਹਿਤ, ਵੈਦਿਕ ਲਿਟਰੇਚਰ। ਇਹਨਾਂ ਨੇ ਕਿਹੜਾ ਲਿਟਰੇਚਰ ਸੀ ਇਹਨਾਂ ਕੋਲ? ਮੇਨ ਸ਼ਬਦ ਵੇਦ ਧਾਤੂ ਵਿਦ ਤੋਂ ਬਣਿਆ ਹੈ। ਧਾਤੂ ਸ਼ਬਦ ਦਾ ਛੋਟੇ ਤੋਂ ਛੋਟਾ ਰੂਪ ਧਾਤੂ ਹੁੰਦਾ ਜੀ। ਇਹ ਬੇਸਿਕਲੀ ਵਿਦ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਜਾਣਨਾ, ਟੂ ਨੋ, ਜਾਣਨਾ। ਦੂਸਰੇ ਸ਼ਬਦਾਂ ਵਿੱਚ ਵੇਦ ਦਾ ਅਰਥ ਹੈ ਉੱਚੇ ਦਰਜੇ ਦਾ ਗਿਆਨ, ਉੱਚੇ ਦਰਜੇ ਦਾ ਗਿਆਨ, ਹਾਈ ਲੈਵਲ ਆਫ ਨੌਲੇਜ। ਇਹ ਕਹਿੰਦੇ ਵੀ ਸਾਡੇ ਕੋਲ ਵੇਦ ਸੀ, ਇਹਨਾਂ ਕੋਲ ਵੇਦ ਸੀ। ਵੇਦ ਨੂੰ ਕੀ ਕਿਹਾ ਜਾਂਦਾ ਵੀ ਇਹਨਾਂ ਦੀ ਹਾਈ ਲੈਵਲ ਦੀ ਨੌਲੇਜ ਆ। ਉਹ ਇਹਨਾਂ ਦੇ ਬੇਸਿਕ ਸਾਹਿਤ ਦਾ ਕਿਹੜਾ ਕੇਂਦਰ ਹੋਇਆ? ਵੇਦ ਸੀ। ਇਹਨਾਂ ਨੇ ਵੇਦ ਰਚੇ ਸੀ, ਇਸ ਲਈ ਇਹਨਾਂ ਨੂੰ ਵੈਦਿਕ ਕਾਲ ਵੀ ਕਿਹਾ ਜਾਂਦਾ ਹੈ। ਇਸ ਕਾਲ ਨੂੰ ਇਹਨਾਂ ਦੁਆਰਾ ਰਚਿਆ ਸਾਹਿਤ ਹੈ ਨਾ, ਵੈਦਿਕ ਸਾਹਿਤ ਜਾਣਿਆ ਜਾਂਦਾ ਹੈ। ਵੈਦਿਕ ਸਾਹਿਤ ਵਿੱਚ 4 ਵੇਦ ਸ਼ਾਮਿਲ ਹਨ। ਵੇਦ ਰਚੇ ਵੈਦਿਕ ਸਾਹਿਤ। ਕਿੰਨੇ ਵੇਦ? 4 ਵੇਦ। ਰਿਗਵੇਦ, ਯਜੁਰਵੇਦ, ਸਾਮਵੇਦ ਅਤੇ ਅਥਰਵ ਵੇਦ। 4 ਤੁਸੀਂ ਵੇਦ ਯਾਦ ਕਰ ਲੈਣੇ ਆ। ਸਭ ਤੋਂ ਪਹਿਲਾਂ ਰਿਗਵੇਦ ਰਚਿਆ ਗਿਆ ਸੀ ਪੰਜਾਬ ਦੀ ਧਰਤੀ ਤੇ। ਬਾਕੀ ਬਾਅਦ ਵਿੱਚ ਗੰਗਾ ਵਾਲੇ ਏਰੀਏ ਦੇ ਆਸੇ ਪਾਸੇ ਰਚੇ ਗਏ। ਇਸ ਵਿੱਚ ਦਰਜ ਭਜਨ, ਜਿਹੜੇ ਹਾਈਮਸ ਆ ਭਜਨ, ਵੱਖ-ਵੱਖ ਦੇਵਤਿਆਂ ਜਾਂ ਭਗਵਾਨ ਦੀ ਉਸਤਤ ਵਿੱਚ ਉਚਾਰੇ ਗਏ ਹਨ। ਇਹ ਗੱਲ ਯਾਦ ਰੱਖਣੀ ਕਿ 4 ਵੇਦਾਂ ਦੇ ਨਾਮ ਯਾਦ ਰੱਖਣੇ ਤੁਸੀਂ, ਤਾਂ 4 ਵੇਦਾਂ ਵਿੱਚ ਕੀ ਕੀ ਗੱਲਾਂ ਕਹੀਆਂ, ਇਹ ਕਿਸ ਨਾਲ ਸੰਬੰਧਿਤ ਆ, ਉਹ ਵੀ ਬਹੁਤ ਜ਼ਰੂਰੀ ਆ। ਇਸ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾਂਦੇ ਆ। ਰਿਗਵੇਦ ਵਿੱਚ ਕੀ ਆ? ਆਪਣੇ ਭਗਵਾਨ ਦੀ ਉਸਤਤ ਆ, ਪ੍ਰੇਜ਼ ਆ। ਯਜੁਰਵੇਦ ਵਿੱਚ ਕੀ ਆ? ਉਹ ਵਿਸਤ੍ਰਿਤ ਨਿਯਮ ਹਨ
ਰੂਲਸ ਹਨ ਜਿਨ੍ਹਾਂ ਦੀ ਪਾਲਣਾ ਬਲੀਦਾਨ ਦੇਣ ਵੇਲੇ ਕੀਤੀ ਜਾਂਦੀ ਸੀ। ਜਦੋਂ ਇਹ ਐਕਚੁਅਲੀ ਨਾ ਇਹ ਬਲੀਆਂ ਵਗੈਰਾ ਦਿੰਦੇ ਸੀ, ਆਹੂਤੀ ਦਿੰਦੇ ਸੀ। ਜਦੋਂ ਜੱਗ ਵਗੈਰਾ ਕਰਦੇ ਸੀ ਨਾ, ਵਿੱਚ ਅੱਗ ਬਾਲ ਕੇ ਸੈਂਟਰ ਵਿੱਚ, ਤਾਂ ਉਹਦੇ ਵਿੱਚ ਆਹੂਤੀ ਦਿੱਤੀ ਜਾਂਦੀ ਸੀ, ਬਲੀ ਦਿੱਤੀ ਜਾਂਦੀ ਸੀ, ਜਾਨਵਰਾਂ ਦੀਆਂ ਬਲੀਆਂ ਦਿੱਤੀਆਂ ਜਾਂਦੀਆਂ ਸੀਗੀਆਂ। ਜਿਸ ਤਰ੍ਹਾਂ ਅਸ਼ਵਮੇਘ ਯੱਗ ਆ, ਉਸ ਵੇਲੇ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ। ਤੇ ਯਜੁਰਵੇਦ ਵਿੱਚ ਇਹ ਲਿਖਿਆ ਆ ਕਿ ਜਦੋਂ ਇਹ ਜੱਗ ਵਗੈਰਾ ਕਰਨੇ ਆ, ਉਸ ਵੇਲੇ ਕਿਹੜੇ ਨਿਯਮ ਵਰਤਣੇ ਆ। ਯਜੁਰਵੇਦ ਕਿੰਨਾ ਸੰਬੰਧਿਤ ਹੋ ਗਿਆ? ਨਿਯਮਾਂ ਨਾਲ, ਰੂਲਸ ਨਾਲ। ਬਲੀਦਾਨ ਦੇਣ ਵੇਲੇ, ਸੈਕਰੀਫਾਈਸ ਕਰਨ ਵੇਲੇ ਕਿਹੜੇ ਰੂਲਾਂ ਦਾ ਧਿਆਨ ਰੱਖਣਾ ਆ, ਨਿਯਮਾਂ ਦਾ ਧਿਆਨ ਰੱਖਣਾ ਆ, ਉਹਨਾਂ ਬਾਰੇ ਜਾਣਕਾਰੀ ਸੀ। ਨਿਯਮਾਂ ਬਾਰੇ ਵਿਸਤ੍ਰਿਤ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਬਲੀਦਾਨ ਦੇਣ ਵੇਲੇ ਕੀਤੀ ਜਾਣੀ ਸੀ। ਠੀਕ ਹੈ ਜੀ। ਅੱਗੇ ਹੈ ਜੀ ਸਾਮਵੇਦ। ਸਾਮਵੇਦ ਸੰਬੰਧਿਤ ਹੈ ਜੀ ਮੰਤਰਾਂ ਦੇ ਮਿਊਜ਼ਿਕ ਨਾਲ। ਸਾਮ ਦਾ ਮਤਲਬ ਹੈ ਮਿਊਜ਼ਿਕ। ਇਸ ਨੂੰ ਮੰਤਰਾਂ ਦੀ ਪੁਸਤਕ ਵੀ ਕਹਿੰਦੇ ਆ। ਮੰਤਰ ਆ ਇਹਦੇ ਵਿੱਚ। ਬੇਸਿਕਲੀ ਇਹ ਸੁਰ ਤਾਲ, ਮਿਊਜ਼ਿਕ ਨਾਲ ਸੰਬੰਧਿਤ ਹਨ। ਇਹ ਵੇਦ ਉਹਨਾਂ ਸੁਰ ਤਾਲਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਦਾ ਪ੍ਰਯੋਗ ਮੰਤਰ ਉਚਾਰਨ ਨਾਲ ਹੁੰਦਾ ਸੀ, ਮੰਤਰ ਉਚਾਰਨ ਵੇਲੇ ਕੀਤਾ ਜਾਂਦਾ ਸੀ, ਜਿਨ੍ਹਾਂ ਦਾ ਪ੍ਰਯੋਗ ਇਹ ਕੀ ਆ, ਮਿਊਜ਼ਿਕ ਨਾਲ ਸੰਬੰਧਿਤ ਆ। ਸਾਮਵੇਦ ਦੇ ਵਿੱਚ ਇਸ ਤਰ੍ਹਾਂ ਦੇ ਸੁਰ ਤਾਲ ਤੇ ਆਪਣੇ ਮਿਊਜ਼ਿਕ ਦਾ ਬਾਰੇ ਲਿਖਿਆ ਕਿ ਜਦੋਂ ਮੰਤਰ ਉਚਾਰਨੇ ਆ, ਉਸ ਵੇਲੇ ਕਿਹੜੇ ਸੁਰ ਤਾਲ ਦਾ ਪ੍ਰਯੋਗ ਹੋਣਾ। ਸਾਮ ਮਤਲਬ ਮਿਊਜ਼ਿਕ। ਭਾਰਤੀ ਸੰਗੀਤ ਤੇ ਉਹਦੇ ਦਾ ਸੰਬੰਧ ਵੀ ਸਾਮਵੇਦ ਨਾਲ ਜੋੜਿਆ ਜਾਂਦਾ ਹੈ। ਇਹ ਵੀ ਗੱਲ ਹੈ ਕਿ ਜਿਹੜਾ ਇੰਡੀਅਨ ਮਿਊਜ਼ਿਕ ਆ, ਉਹਦਾ ਜਿਹੜਾ ਓਰੀਜਨ ਆ, ਉਹ ਟਰੇਸ ਕੀਤਾ ਜਾਂਦਾ ਸਾਮਵੇਦ ਨਾਲ। ਤੇ ਸਾਮਵੇਦ ਕਿੰਨਾ ਸੰਬੰਧਿਤ ਹੋ ਗਿਆ? ਸੁਰ ਤਾਲ ਨਾਲ। ਠੀਕ ਹੈ ਜੀ। ਅਥਰਵਵੇਦ ਲਾਸਟ ਵਾਲਾ ਵੇਦ। ਇਸ ਵਿੱਚ ਕਰਮ ਕਾਂਡਾਂ ਦੀ ਡਿਟੇਲ, ਵਿਸਤ੍ਰਿਤ ਜਾਣਕਾਰੀ ਦਰਜ ਹੈ। ਕਿਹੜੇ ਕਰਮ ਕਾਂਡ ਕਰਨੇ ਆ ਜਦੋਂ ਬਲੀਦਾਨ ਦੇਣਾ ਆ, ਇਹਨਾਂ ਸਾਰਿਆਂ ਦੀ ਡਿਟੇਲਡ ਇਨਫੋਰਮੇਸ਼ਨ ਅਥਰਵਵੇਦ ਵਿੱਚ ਦਰਜ ਹੈ। ਇਹ ਤੁਸੀਂ ਚਾਰੇ ਵੇਦ, ਉਹਨਾਂ ਦੇ ਨਾਮ ਤੇ ਉਹਨਾਂ ਵਿੱਚ ਕੀ ਆ, ਇਹ ਜ਼ਰੂਰ ਯਾਦ ਕਰਿਓ। ਠੀਕ ਹੈ ਜੀ। ਹੁਣ ਵੈਦਿਕ ਸਾਹਿਤ ਵਿੱਚ ਵੇਦਾਂ ਤੋਂ ਇਲਾਵਾ ਹੋਰ ਧਾਰਮਿਕ ਸਾਹਿਤ ਵੀ ਮਿਲਦਾ ਹੈ। ਬੇਸਿਕਲੀ ਕਾਫੀ ਤਾਂ ਆਹ ਵੇਦਾਂ ਦੇ ਹੀ ਅੰਗ ਆ, ਬਾਅਦ ਵਿੱਚ ਇਹ ਰਚੇ ਗਏ ਤਾਂ ਵੇਦਾਂ ਦੇ ਹੀ ਅੰਗ ਬਣ ਗਏ। ਇਹਨਾਂ ਵਿੱਚ ਸ਼ਾਮਿਲ ਹੈ ਜੀ ਬ੍ਰਾਹਮਣ, ਉਪਨਿਸ਼ਦ। ਇਹਨੂੰ ਵੇਦਾਂਤ ਵਾਲੀ ਫਿਲਾਸਫੀ ਵੀ ਕਹਿੰਦੇ ਆ, ਕਿਉਂਕਿ ਵੇਦਾਂ ਦੇ ਐਂਡ ਵਿੱਚ ਲਿਖੇ ਗਏ ਸੀ ਇਹ ਮੋਸਟਲੀ ਉਪਨਿਸ਼ਦ। ਆਰਣਯਕ ਅਤੇ ਦੋ ਪ੍ਰਸਿੱਧ ਮਹਾਕਾਵ, ਮਹਾਭਾਰਤ ਅਤੇ ਰਾਮਾਇਣ। ਮਹਾਕਾਵ ਬਹੁਤ ਵੱਡੀਆਂ ਕਵਿਤਾਵਾਂ, ਇਹਨਾਂ ਦਾ ਵੋਲਿਊਮ ਕਾਫੀ ਵੱਡਾ ਹੁੰਦਾ ਹੈ। ਕਹਾਣੀ ਚੱਲਦੀ ਆ ਪਰ ਕਵਿਤਾ ਦੇ ਫਾਰਮ ਵਿੱਚ ਦੱਸੀ ਗਈ ਹੁੰਦੀ ਆ। ਤਾਂ ਦੋ ਪ੍ਰਸਿੱਧ ਮਹਾਕਾਵ ਮਹਾਭਾਰਤ ਤੇ ਰਾਮਾਇਣ ਇਹ ਮਿਲਦੇ ਜੀ ਵੈਦਿਕ ਕਾਲ ਵਿੱਚ। ਤੇ ਹੁਣ ਅਸੀਂ ਪੜ੍ਹਦੇ ਹਾਂ ਜੀ ਬ੍ਰਾਹਮਣ ਲਿਟਰੇਚਰ। ਬ੍ਰਾਹਮਣਾ ਅੰਗਰੇਜ਼ੀ ਵਿੱਚ ਬ੍ਰਾਹਮਣਾਸ ਕਹਿੰਦੇ ਆ, ਹਿੰਦੀ ਵਿੱਚ ਬ੍ਰਾਹਮਣ ਕਹਿ ਲਓ ਤੁਸੀਂ। ਇਸ ਵਿੱਚ ਆਦਿ ਕਾਲ ਦਾ ਅਜਿਹਾ ਸਾਹਿਤ ਸ਼ਾਮਿਲ ਹੈ ਜਿਸ ਵਿੱਚ 4 ਵੇਦਾਂ ਉੱਤੇ ਟੀਕਾ ਜਾਂ ਕਮੈਂਟਰੀ ਲਿਖੀ ਗਈ ਹੈ। ਕਮੈਂਟਰੀ ਔਨ ਦਾ 4 ਵੇਦਸ। ਠੀਕ, ਇਹ ਲਿਖੇ ਗਏ ਬ੍ਰਾਹਮਣਾ ਲਿਟਰੇਚਰ ਵਿੱਚ। ਉਪਨਿਸ਼ਦ ਇਹ ਫਿਲੋਸਫੀਕਲ ਟੈਕਸਟ ਆ ਜੀ। ਜਦੋਂ ਇਨਸਾਨ ਨੇ ਆਪਣੇ ਬਾਰੇ, ਆਤਮਾ ਬਾਰੇ, ਪਰਮਾਤਮਾ ਬਾਰੇ ਗੱਲਾਂ ਤੇ ਵਿਚਾਰ ਚਰਚਾ ਕੀਤੀ ਨਾ, ਤਾਂ ਜਿਹੜੇ ਵਿਚਾਰ ਆਏ ਸਾਹਮਣੇ ਡਿਸਕਸ਼ਨ ਤੋਂ ਬਾਅਦ, ਉਹ ਬਣਦੇ ਜੀ ਉਪਨਿਸ਼ਦ ਦਾ ਪਾਰਟ। ਉਪਨਿਸ਼ਦ ਇਹ ਫਿਲੋਸਫੀਕਲ ਜਾਂ ਦਰਸ਼ਨ, ਪੰਜਾਬੀ ਵਿੱਚ ਕਹਿ ਦਈਏ ਦਰਸ਼ਨ, ਬੇਸਿਕਲੀ ਫਿਲੋਸਫੀਕਲ ਟੈਕਸਟ ਆ ਇਹ ਦਰਸ਼ਨ ਨਾਲ ਸੰਬੰਧਿਤ ਸਾਹਿਤ ਹੈ ਜਿਸ ਵਿੱਚ ਆਤਮਾ, ਪਰਮਾਤਮਾ, ਸੰਸਾਰ ਦਾ ਉਦੈ ਕਿਸ ਤਰ੍ਹਾਂ ਹੋਇਆ ਅਤੇ ਕੁਦਰਤ ਦੇ ਰਹੱਸ ਵਗੈਰਾ ਬਾਰੇ ਵਿਚਾਰ ਚਰਚਾ ਸ਼ਾਮਿਲ ਹੈ। ਠੀਕ ਹੈ ਨਾ। ਇਹ ਸਾਰੇ ਜਿਹੜੇ ਗੁੱਝੇ ਭੇਦ ਆ, ਉਹਨਾਂ ਬਾਰੇ ਵਿਚਾਰ ਚਰਚਾ ਸ਼ਾਮਿਲ ਹੈ ਉਪਨਿਸ਼ਦ ਵਿੱਚ। ਠੀਕ ਹੈ ਜੀ। ਆਰਣਯਕ ਇਸ ਨੂੰ ਜੰਗਲ ਕਿਤਾਬ ਵੀ ਕਹਿੰਦੇ ਆ, ਫੋਰੈਸਟ ਬੁੱਕ ਵੀ ਕਹਿੰਦੇ ਆ। ਇਸ ਵਿੱਚ ਰਹੱਸਵਾਦ, ਕਰਮਕਾਂਡ, ਰੀਤੀ ਰਿਵਾਜ ਅਤੇ ਬਲੀਆਂ ਨਾਲ ਸੰਬੰਧਿਤ ਗੱਲਾਂ ਹਨ। ਹਨਾ, ਇਹ ਰਹੱਸਵਾਦ, ਕਰਮਕਾਂਡ ਵਗੈਰਾ, ਰਿਚੁਅਲਸ, ਰਾਈਟਸ, ਠੀਕ, ਇਹਨਾਂ ਨਾਲ ਸੰਬੰਧਿਤ ਆ।
ਅਤੇ ਬਲੀਆਂ ਨਾਲ ਸੰਬੰਧਿਤ ਹੈ। ਠੀਕ ਹੈ ਜੀ। ਅੱਗੇ ਹੈ ਜੀ ਰਾਮਾਇਣ ਦੇ ਲੇਖਕ ਕੌਣ ਸੀ? ਪੁਰਾਣੇ ਸੰਸਕ੍ਰਿਤ ਰਾਮਾਇਣ ਦੇ ਲੇਖਕ ਜਿਹੜੀ ਸਭ ਤੋਂ ਪਹਿਲਾਂ ਲਿਖੀ ਗਈ ਰਿਸ਼ੀ ਵਾਲਮੀਕ ਜੀ। ਤੇ ਮਹਾਭਾਰਤ ਦੇ ਲੇਖਕ ਕੌਣ ਆ ਜੀ? ਵੇਦ ਵਿਆਸ। ਵੇਦ ਵਿਆਸ, ਇਹ ਦੋ ਰਾਈਟਰ ਤੁਸੀਂ ਯਾਦ ਰੱਖਣੇ ਆ। ਅੱਛਾ ਜੀ, ਅੱਗੇ ਗੱਲ ਕਰਦੇ ਹਾਂ ਜੀ ਸ਼ੁਰੂਆਤੀ ਵੈਦਿਕ ਕਾਲ ਜਾਂ ਰਿਗ ਵੈਦਿਕ ਕਾਲ। ਸਭ ਤੋਂ ਪਹਿਲਾਂ ਰਿਗ ਵੇਦ ਲਿਖਿਆ ਗਿਆ। ਸ਼ੁਰੂਆਤੀ ਵੈਦਿਕ ਕਾਲ ਕਹਿ ਸਕਦੇ ਹਾਂ ਜਾਂ ਰਿਗ ਵੈਦਿਕ ਪੀਰੀਅਡ ਵੀ ਕਹਿ ਸਕਦੇ ਹਾਂ ਅਸੀਂ। ਇਸ ਸਮੇਂ ਦੌਰਾਨ ਬੋਲਡ ਕਰ ਲਈਏ, ਇਸ ਸਮੇਂ ਦੌਰਾਨ ਆਰੀਅਨ ਜ਼ਿਆਦਾਤਰ ਸਿੰਧੂ ਨਦੀ ਦੇ ਖੇਤਰ ਵਿੱਚ ਹੀ ਵਸੇ ਸਨ। ਇਹ ਸ਼ੁਰੂਆਤੀ ਦੌਰ ਆ ਤਾਂ ਇਹ ਸਿੰਧੂ ਨਦੀ ਦੇ ਆਸ-ਪਾਸ ਪੰਜਾਬ ਦੇ ਮੈਦਾਨੀ ਇਲਾਕਿਆਂ ਇਹਨਾਂ ਵਿੱਚ ਵਸੇ ਸਨ। ਉਧਰੋਂ ਆ ਕੇ ਰਿਗਵੇਦ ਵਿੱਚ ਇਸ ਖਿੱਤੇ ਨੂੰ ਸਪਤ ਸਿੰਧੂ ਜਾਂ 7 ਦਰਿਆਵਾਂ ਦੀ ਧਰਤੀ ਕਿਹਾ ਗਿਆ ਹੈ। ਇਹ ਪ੍ਰਸ਼ਨ ਆ ਜਾਂਦਾ, ਸਪਤ ਸਿੰਧੂ ਕਿਸ ਨੂੰ ਕਿਹਾ ਗਿਆ ਹੈ? ਇਹੀ ਸਿੰਧੂ ਦੇ ਆਸ-ਪਾਸ ਵਾਲੇ ਏਰੀਏ ਨੂੰ। ਇਹ ਕਿਸ ਵਿੱਚ ਕਿਹਾ ਗਿਆ ਹੈ? ਰਿਗਵੇਦ ਵਿੱਚ, ਯੂਨਾਨੀ ਲਿਟਰੇਚਰ ਵਿੱਚ, ਜਾਂ 3-4 ਹੋਰ ਤੁਹਾਨੂੰ ਦੇ ਸਕਦੇ ਆਪਸ਼ਨ 2-3। ਇਹ ਜੀ ਰਿਗਵੇਦ ਵਿੱਚ ਕਿਹਾ ਗਿਆ ਹੈ। ਇਹਨਾਂ ਲੋਕਾਂ ਦੇ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਪਤਾ ਰਿਗਵੇਦ ਵਿੱਚ ਦਰਜ ਭਜਨਾਂ ਤੋਂ ਲੱਗਦਾ ਹੈ। ਜਿਹੜੇ ਰਿਗਵੇਦ ਵਿੱਚ ਹਾਈਮ ਸਾਹਿਬ ਭਜਨ ਆ, ਉੱਥੋਂ ਪਤਾ ਲੱਗਦਾ ਕਿ ਇਹ ਲੋਕਾਂ ਦਾ ਪੋਲੀਟੀਕਲ, ਸੋਸ਼ਲ, ਕਲਚਰ ਲਾਈਫ ਕਿਸ ਤਰ੍ਹਾਂ ਦੀ ਸੀ। ਦੇਖਦੇ ਹਾਂ ਜੀ। ਅੱਗੇ ਗੱਲ ਆਉਂਦੀ ਜੀ ਰਾਜਨੀਤਿਕ ਸੰਸਥਾ ਜਾਂ ਯੋਜਨਾਬੰਦੀ, ਵੀ ਕਿੱਦਾਂ ਰਹਿੰਦੇ ਸੀ ਇਹ। ਪਹਿਲਾਂ ਪਿੰਡ ਬਣਦਾ ਸੀ, ਫੈਮਿਲੀ ਕਿਸ ਤਰ੍ਹਾਂ ਦੀ ਸੀ, ਹਨਾ, ਤੇ ਉਸ ਤੋਂ ਵੱਡੇ ਯੂਨਿਟ ਨੂੰ ਕੀ ਕਹਿੰਦੇ ਸੀ, ਰਾਜਨੀਤੀ ਸੰਸਥਾ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਜਾਂ ਕੁੱਲ ਹੁੰਦਾ ਸੀ। ਸਭ ਤੋਂ ਬੇਸਿਕ ਯੂਨਿਟ ਕਿਹੜਾ ਸੀ? ਫੈਮਿਲੀ। ਪਰਿਵਾਰ ਨੂੰ ਕੁੱਲ ਵੀ ਕਹਿੰਦੇ ਸੀ, ਕਿਉਂਕਿ ਇੱਕੋ ਹੀ ਪਰਿਵਾਰ ਦੇ ਜਿਹੜੇ ਭਾਈਚਾਰੇ ਦੇ ਸੰਬੰਧਿਤ ਲੋਕ ਸੀ ਇਕੱਠੇ ਰਹਿੰਦੇ ਸੀ। ਉਹ ਇੱਕ ਕੁਨਬਾ ਬਣ ਗਿਆ, ਉਹਨਾਂ ਦਾ ਇੱਕ ਪਰਿਵਾਰ ਬਣ ਗਿਆ। ਕਈ ਪਰਿਵਾਰ ਮਿਲ ਕੇ ਇੱਕ ਪਿੰਡ ਜਾਂ ਗ੍ਰਾਮ ਦਾ ਨਿਰਮਾਣ ਕਰਦੇ ਸੀ। ਪਿੰਡ ਜਾਂ ਗ੍ਰਾਮ ਬਣਦਾ ਜੀ ਪਰਿਵਾਰ ਜੁੜ ਕੇ। ਤੇ ਗ੍ਰਾਮ ਦੇ ਲੀਡਰ ਨੂੰ ਗ੍ਰਾਮਣੀ ਕਿਹਾ ਜਾਂਦਾ ਸੀ। ਗ੍ਰਾਮ ਦੇ ਹੈੱਡ ਨੂੰ ਗ੍ਰਾਮਣੀ ਕਿਹਾ ਜਾਂਦਾ ਸੀ। ਇਹ ਬੇਸਿਕ ਜਿਹੀਆਂ ਇਕਾਈਆਂ ਤੁਸੀਂ ਜ਼ਰੂਰ ਯਾਦ ਰੱਖਣੀਆਂ, ਵੀ ਕਿਸ ਤੋਂ ਵੱਡਾ ਕੀ ਸੀ, ਉਸ ਤੋਂ ਵੱਡਾ ਕਿਹੜਾ ਯੂਨਿਟ ਸੀ, ਉਹਦੇ ਹੈੱਡ ਨੂੰ ਕੀ ਕਿਹਾ ਜਾਂਦਾ ਸੀ। ਕੁਝ ਗ੍ਰਾਮ ਮਿਲ ਕੇ ਇੱਕ ਵੱਡੀ ਇਕਾਈ ਜਿਸ ਨੂੰ ਕਹਿੰਦੇ ਵਿਸੂ ਦਾ ਨਿਰਮਾਣ ਕਰਦੇ ਸੀ। ਕੁਝ ਪਿੰਡ ਮਿਲ ਕੇ ਵਿਸੂ ਬਣਾਤਾ, ਛੋਟਾ ਟਾਊਨ। ਵਿਸੂ ਦੇ ਪ੍ਰਧਾਨ ਨੂੰ ਵਿਸ਼ਵਪਤੀ ਕਿਹਾ ਜਾਂਦਾ ਸੀ। ਠੀਕ ਹੈ ਜੀ। ਸਭ ਤੋਂ ਵੱਡੀ ਰਾਜਨੀਤਿਕ ਇਕਾਈ ਨੂੰ ਜਨ ਜਾਂ ਕਬੀਲਾ ਕਹਿੰਦੇ ਸਨ। ਜਨ ਜਾਂ ਕਬੀਲਾ, ਇਹ ਸਭ ਤੋਂ ਵੱਡੀ ਪੋਲੀਟੀਕਲ ਯੂਨਿਟ ਸੀ, ਇੱਕ ਕਬੀਲਾ। ਰਿਗਵੈਦਿਕ ਕਾਲ ਵਿੱਚ ਕਈ ਕਬੀਲਿਆਂ ਦਾ ਵੱਖ-ਵੱਖ ਖਿੱਤਿਆਂ ਵਿੱਚ ਰਾਜ ਸੀ। ਕਈ ਕਬੀਲੇ ਆਪਣੇ ਆਪਣੇ ਏਰੀਏ ਵਿੱਚ ਰਾਜ ਕਰਦੇ ਸੀ, ਉਹਨਾਂ ਦੀ ਕਿੰਗਡਮ ਸੀ। ਜਿਵੇਂ ਭਾਰਤ ਇੱਕ ਕਬੀਲਾ ਹੋ ਗਿਆ, ਮਤਸਿਆ ਦੂਸਰਾ ਕਬੀਲਾ, ਉਹਦੀ ਕਿੰਗਡਮ, ਉਹਦਾ ਰਾਜ। ਜਾਦੂ, ਪੁਰੂ, ਇਹ ਸਾਰੇ ਕੀ ਆ? ਕਬੀਲਿਆਂ ਦੇ ਏਰੀਏ ਸੀ, ਉਹਨਾਂ ਦਾ ਇੰਨਾ ਕਿੰਗਡਮ ਸੀ। ਕੁਐਸਚਨ ਆ ਸਕਦਾ ਭਾਰਤ, ਮਤਸਿਆ, ਜਾਦੂ ਜਾਂ ਪੁਰੂ ਕੀ ਆ? ਤੁਹਾਨੂੰ 3 ਨਾਮ ਦੇਤੇ, ਮਤਸਿਆ, ਜਾਦੂ ਤੇ ਪੁਰੂ ਕੀ ਸੀ? ਇਹ ਕੀ ਆਰੀਅਨ ਲੋਕਾਂ ਦੇ ਸਮੇਂ ਅਲੱਗ-ਅਲੱਗ ਕਿੰਗਡਮ ਸੀ, ਅਲੱਗ-ਅਲੱਗ ਕਬੀਲੇ ਸੀ। ਕਬੀਲੇ ਰਾਜ, ਹਨਾ, ਟਰਾਈਬਲ ਕਿੰਗਡਮ। ਉਹਨਾਂ ਦੇ ਪ੍ਰਧਾਨ ਨੂੰ ਰਾਜਾ ਕਿਹਾ ਜਾਂਦਾ ਸੀ। ਇੱਕ ਕਿੰਗਡਮ ਦੇ ਹੈੱਡ ਨੂੰ ਰਾਜਾ ਕਿਹਾ ਜਾਂਦਾ ਸੀ। ਠੀਕ ਹੈ ਜੀ। ਰਾਜਸ਼ਾਹੀ ਮਤਲਬ ਮੋਨਾਰਕੀ ਦੀ ਪ੍ਰਥਾ ਸੀ। ਇੱਕ ਰਾਜੇ ਤੋਂ ਬਾਅਦ ਉਹਦਾ ਵੱਡਾ ਪੁੱਤਰ ਜਨਰਲੀ ਰਾਜਾ ਬਣਦਾ ਸੀ। ਇਲੈਕਸ਼ਨ ਵਗੈਰਾ ਨਹੀਂ ਸੀ ਹੁੰਦੇ। ਮੋਨਾਰਕੀ ਦਾ ਮਤਲਬ ਪਿਤਾ ਤੋਂ ਪੁੱਤਰ ਨੂੰ, ਪੁੱਤਰ ਤੋਂ ਫਿਰ ਉਹਦੇ ਅਗਲੇ ਪੁੱਤਰ ਨੂੰ ਰਾਜਗੱਦੀ ਮਿਲਦੀ ਸੀ, ਜਿਸ ਵਿੱਚ ਸੱਤਾ ਪੀੜ੍ਹੀ ਦਰ ਪੀੜ੍ਹੀ ਉੱਤਰਾਧਿਕਾਰੀ ਰਾਹੀਂ ਚੱਲਦੀ ਸੀ। ਇੱਕ ਪੀੜ੍ਹੀ ਤੋਂ ਬਾਅਦ ਦੂਸਰੇ ਉੱਤਰਾਧਿਕਾਰੀ ਜਿਹੜਾ ਉਹਨਾਂ ਦਾ ਹੁੰਦਾ ਸੀ, ਉਹ ਹੈੱਡ ਬਣਦਾ ਸੀ, ਉਹ ਰਾਜਾ ਬਣਦਾ ਸੀ। ਰਾਜੇ ਦੀ ਸਹਾਇਤਾ ਲਈ ਪੁਰੋਹਿਤ ਅਤੇ ਸੈਨਾਨੀ ਹੁੰਦਾ ਸੀ। ਪੁਰੋਹਿਤ ਹੋ ਗਿਆ ਜੀ ਤੁਹਾਡਾ ਪੰਡਤ ਵਗੈਰਾ, ਗਿਆਨੀ ਬੰਦਾ। ਸੈਨਾਨੀ ਹੋ ਗਿਆ ਜੀ ਤੁਹਾਡਾ ਜਿਸ ਦੇ ਹੱਥ ਵਿੱਚ ਕੀ ਆ? ਪੂਰੀ ਆਰਮੀ ਹੁੰਦੀ ਸੀ। ਇਹ ਰਾਜੇ ਦੀ ਸਹਾਇਤਾ ਲਈ ਹੁੰਦੇ ਸੀ ਬੰਦੇ। ਸਭਾ ਤੇ ਸਮਿਤੀ, ਆਹ ਵੀ ਇੰਪੋਰਟੈਂਟ ਪੁਆਇੰਟ ਆ। ਸਭਾ ਤੇ ਸਮਿਤੀ ਦੋ ਪ੍ਰਮੁੱਖ ਸੰਸਥਾਵਾਂ ਸਨ। ਗਰੁੱਪ, ਜਦੋਂ ਇਕੱਠੇ ਮੀਟਿੰਗ ਹੁੰਦੀ ਸੀ ਨਾ, ਇੱਕ ਹੁੰਦੀ ਸੀ ਸਭਾ ਵਿੱਚ ਕੀ ਸੀਗਾ? ਜਿਹੜੇ ਸੀਨੀਅਰ ਜਾਂ ਬਜ਼ੁਰਗ ਲੋਕ ਸੀ ਨਾ, ਉਹ ਇਕੱਠੇ ਹੁੰਦੇ ਸੀ। ਇਹ ਉਹਨਾਂ ਦੀ ਕੌਂਸਲ ਸੀ। ਸਭਾ ਬਜ਼ੁਰਗਾਂ ਜਾਂ ਸੀਨੀਅਰ ਲੋਕਾਂ ਦੀ ਕੌਂਸਲ ਸੀ ਅਤੇ ਸਮਿਤੀ ਸਾਰਿਆਂ ਦੇ
ਸਾਰਿਆਂ ਦੇ ਆਮ ਇਕੱਠ ਨੂੰ ਕਹਿੰਦੇ ਸਨ। ਜਦੋਂ ਸਾਰੇ ਇਕੱਠੇ ਹੋ ਜਾਂਦੇ ਸੀ ਨਾ, ਕਾਮਨ ਪੀਪਲ, ਉਸ ਵੇਲੇ ਉਹਨੂੰ ਕਹਿੰਦੇ ਸੀ ਸਮਿਤੀ। ਸਭਾ ਤੇ ਸਮਿਤੀ ਵਿੱਚ ਇਹ ਫਰਕ ਆ। ਆਮ ਲੋਕਾਂ ਦੇ ਇਕੱਠ ਨੂੰ ਕਹਿੰਦੇ ਸੀ ਸਮਿਤੀ, ਬਜ਼ੁਰਗਾਂ ਦੇ ਇਕੱਠ ਨੂੰ, ਕੌਂਸਲ ਨੂੰ ਕਹਿੰਦੇ ਸੀ ਸਭਾ। ਆਹ ਤੁਸੀਂ ਯਾਦ ਰੱਖ ਲਿਓ। ਬੇਸਿਕ ਯੂਨਿਟ ਹੈ ਫੈਮਿਲੀ, ਮਤਲਬ ਕੁੱਲ, ਉਹ ਮਿਲ ਕੇ ਬਣਦੇ ਪਿੰਡ। ਗ੍ਰਾਮ, ਉਹ ਮਿਲ ਕੇ ਬਣਦੇ ਵਿਸੂ, ਉਹ ਮਿਲ ਕੇ ਬਣਦੇ ਜਨ ਜਾਂ ਕਬੀਲਾ। ਆਹ ਸੀਕੁਐਂਸ ਯਾਦ ਰੱਖ ਲਿਓ। ਠੀਕ ਹੈ, ਅੱਜ ਲਈ ਇੰਨਾ ਹੀ ਰੱਖਦੇ ਹਾਂ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।